करना बेटा अपन Past indefinite. ਆਪਾਂ ਉਸ ਦਿਨ ਕਿਹੜਾ ਕੀਤਾ ਸੀਗਾ Present indefinite. ਪਾਸਟ ਇੰਡੈਫੀਨਿਟ ਟੈਂਸ ਜਿਹੜਾ ਨਾ ਉਹ ਬਿਲਕੁਲ ਸਿੰਪਲ ਹੈ। ਇੱਕ ਹੋਰ ਇੰਪੋਰਟੈਂਟ ਚੀਜ਼ ਦੱਸਾਂਗਾ ਸਾਰੇ ਸਟੂਡੈਂਟਸ ਨੂੰ ਕਿ ਸਭ ਤੋਂ ਜ਼ਿਆਦਾ ਵਰਤੋਂ ਜਿਹੜੀ ਹੈ ਖਾਸ ਕਰਕੇ ਐਗਜ਼ਾਮਸ ਦੇ ਵਿੱਚ ਜਾਂ ਤੁਸੀਂ ਕੋਈ ਵੀ ਰਾਈਟਿੰਗ ਕਰਦੇ ਹੋ ਉਹ ਪਾਸਟ ਇੰਡੈਫੀਨਿਟ ਟੈਂਸ ਦੀ ਹੁੰਦੀ ਹੈ। ਆਈ ਥਿੰਕ ਡੇਲੀ ਆਪਾਂ ਸੈਂਟੈਂਸ ਬੋਲਦੇ ਹਾਂ ਉਹਦਾ 50 to 60% ਹਿੱਸਾ ਕਿੰਨਾ ਹਿੱਸਾ 50 to 60%. ਉਹ ਪਾਸਟ ਇੰਡੈਫੀਨਿਟ ਦੇ ਵਿੱਚ ਹੀ ਹੁੰਦਾ ਹੈ। ਜੇ ਤੁਸੀਂ ਪਾਸਟ ਇੰਡੈਫੀਨਿਟ ਨੂੰ ਸਮਝ ਲੈਂਦੇ ਹੋ ਤੇ ਉਹਨੂੰ ਯੂਜ਼ ਕਰਦੇ ਹੋ ਪ੍ਰੋਪਰਲੀ ਦੈਨ ਬਿਲੀਵ ਮੀ ਕਿ ਤੁਹਾਡੀ ਬਹੁਤ ਸਾਰੀ ਰਾਈਟਿੰਗ ਤੇ ਬਹੁਤ ਸਾਰੀ ਸਪੀਕਿੰਗ ਜਿਹੜੀ ਆ ਉਹ ਬਿਲਕੁਲ ਕਰੈਕਟ ਹੋ ਸਕਦੀ ਹੈ। ਕਿਵੇਂ ਮੈਂ ਐਗਜ਼ਾਮਪਲ ਆਪਾਂ ਸਵੇਰੇ ਆਪਣੀ ਗੱਲ ਦੱਸਦੇ ਹਾਂ ਕਿਸੇ ਦੋਸਤ ਨੂੰ ਯਾਰ ਮੈਂ ਅੱਜ ਸਵੇਰੇ ਨਾਲ ਲੇਟ ਉੱਠਿਆ ਆਈ ਗੋਟ ਅਪ ਲੇਟ ਟੂਡੇ ਇਹ ਪਾਸਟ ਇੰਡੈਫੀਨਿਟ ਹੈ। ਫਿਰ ਮੈਂ ਤਿਆਰ ਹੋਇਆ ਜਲਦੀ ਹਨਾ ਦੈਨ ਆਈ ਗੋਟ ਰੈਡੀ ਹਰਡਲੀ ਮੈਂ ਆਪਣਾ ਨਾਸ਼ਤਾ ਕੀਤਾ ਆਈ ਟੁਕ ਮਾਈ ਬ੍ਰੇਕਫਾਸਟ ਮੈਂ ਸਕੂਲ ਲਈ ਗਿਆ ਆਈ ਵੈਂਟ ਫॉर ਸਕੂਲ ਮੈਂ ਸਕੂਲ ਟਾਈਮ ਤੇ ਪਹੁੰਚ ਗਿਆ ਪਰ ਮੈਂ ਸਕੂਲ ਟਾਈਮ ਤੇ ਪਹੁੰਚ ਗਿਆ ਬਟ ਆਈ ਰੀਚਡ ਦ ਸਕੂਲ ਇਨ ਟਾਈਮ। ਅਧਿਆਪਕ ਨੇ ਸਾਨੂੰ ਇੱਕ ਨਵਾਂ ਪਾਠ ਪੜਾਇਆ ਦ ਟੀਚਰ ਟਾਟ ਅਸ ਅ ਨਿਊ ਲੈਸਨ ਬੋਲੋ ਸਾਰੇ ਦ ਟੀਚਰ ਟਾਟ ਅਸ ਅ ਨਿਊ ਲੈਸਨ। ਉਸਨੇ ਮੈਨੂੰ ਨਹੀਂ ਬੁਲਾਇਆ ਹੀ ਡਿਡ ਨਾਟ ਕਾਲ ਮੀ ਹੀ ਡਿਡ ਨਾਟ ਨਾਮ ਵਾਲੇ ਚ ਡਿਡ ਨਾਟ ਲੱਗੇਗਾ। ਕੀ ਤੂੰ अपना काम पूरा कर लिया डिड पहले लग डिड यू कंप्लीट योर वर्क बोलो Did you complete your work? मैं तो नहीं उसको देखा आई डिडंट सी हिम तू उसको गाल क्यों कड्डी क्यों व्हाई डिड यू बोलो व्हाई डिड यू अब्यूज हिम मेरे इस बार चंगे नंबर नहीं आए आई डिडंट स्कोर गुड मार्क्स बोलो I did not score good marks. ਕਹਿਣ ਦਾ ਭਾਵ ਹੈ ਕਿ ਜ਼ਿਆਦਾਤਰ ਜਿਹੜੀਆਂ ਆਪਾਂ ਜਿੰਨੀਆਂ ਗੱਲਾਂ ਕਰਦੇ ਹਾਂ ਮੈਂ 50 ਕਿਹਾ ਉਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਜਿਹੜੀ ਗੱਲਾਂ ਹੁੰਦੀਆਂ ਉਹ ਕਿਹੜੇ ਟੈਂਸ ਵਿੱਚ ਹੁੰਦੀਆਂ ਪਾਸਟ ਟੈਂਸ ਸਾਰੇ ਬੋਲੋ Past indefinite. ਇਸ ਤੋਂ ਅੰਦਾਜ਼ਾ ਲਗਾ ਸਕਦੇ ਕਿ ਪਾਸਟ ਇੰਡੈਫੀਨਿਟ ਕਿੰਨਾ ਇੰਪੋਰਟੈਂਟ ਟੈਂਸ ਹੈ। ਉਸ ਤੋਂ ਦੂਜੀ ਗੱਲ ਜਿਹੜੀ ਜ਼ਰੂਰੀ ਹੈ ਕਿ ਇਹ ਈਜ਼ੀ ਵੀ ਬੜਾ ਹੈ। ਜੇ ਤੁਸੀਂ ਥੋੜੀ ਜਿਹੀ ਆਪਣੇ ਦਿਮਾਗ ਦੇ ਫਰੈਸ਼ ਹੋ ਕੇ ਸਮਝੋ ਸਾਰਿਆਂ ਨੂੰ ਇਕੱਠਾ ਸਮਝਾ ਰਹਾ ਕਿਸੇ ਦੇ ਕੰਨ ਦਾ ਨਹੀਂ ਬੰਦ ਕਿ ਤੂੰ ਨਾ ਸਮਝ ਫਿਰ ਉਹ ਕਿਹੜੀ ਕਾਰਨ ਹੈ ਕਿਹੜਾ ਰੀਜ਼ਨ ਹੈ ਕਿ ਕੁਝ ਬੱਚੇ ਬਹੁਤ ਅੱਛਾ ਪਰਫਾਰਮ ਕਰਦੇ ਕੁਝ ਉਵੇਂ ਦੀ ਉਵੇਂ ਰਹਿੰਦੇ ਆ। ਇੱਕ ਤਾਂ ਸੁਣਦੇ ਨਹੀਂ ਆ ਤਾਂ ਜਿਹੜੇ ਸੁਣ ਲੈਂਦੇ ਉਹਨੂੰ ਦੁਬਾਰਾ ਯਾਦ ਨਹੀਂ ਰੱਖਦੇ ਪ੍ਰੈਕਟਿਸ ਕਰਕੇ ਤੇ ਤੀਸਰੇ ਯਾਦ ਵੀ ਕਰ ਲੈਂਦੇ ਉਹ ਜਦੋਂ ਲਿਖਦੇ ਆ ਉਦੋਂ ਉਹਨੂੰ ਰਿਮਾਈਂਡ ਨਹੀਂ ਕਰ ਪਾ ਸਕਦੇ। ਉਹ ਤਿੰਨੋਂ ਚੀਜ਼ਾਂ ਆਪਾਂ ਤੁਸੀਂ ਕਰਨੀ ਹੈ ਸੁਣਨਾ ਵੀ ਧਿਆਨ ਨਾਲ ਉਹਨੂੰ ਬਾਰ-ਬਾਰ ਉਹਨੂੰ ਪ੍ਰੈਕਟਿਸ ਵੀ ਕਰਨੀ ਤੋਂ ਬਾਅਦ ਜਦੋਂ ਪੇਪਰ ਦੇ ਟਾਈਮ ਜਾਂ ਬੋਲਣ ਟਾਈਮ ਲੋੜ ਪਵੇ ਉਦੋਂ ਨੂੰ ਯਾਦ ਨਹੀਂ ਕਰਨਾ। ਮੇਰੀ ਗੱਲ ਸਮਝ ਆ ਗਈ ਤੇ ਪਾਸਟ ਇੰਡੈਫਿਨਿਟ ਨੂੰ ਸਮਝਣਾ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਪਹਿਚਾਨ ਕੀ ਕਰਾਂਗੇ ਪਹਿਚਾਨ ਕਰਾਂਗੇ। ਮੰਨ ਲਓ ਪੰਜਾਬੀ ਦੇ ਵਿੱਚ 15 20 50 ਸੈਂਟੈਂਸ ਲਿਖੇ ਹੈ ਉਹਦੇ ਚ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਭਾਈ ਪਾਸਟ ਇੰਡੈਫਿਨਿਟ ਵਾਲੇ ਕਿਹੜੇ ਹੈ। ਮੈਂ ਲਿਖਦਾ ਮੈਂ ਸਕੂਲ ਜਾਂਦਾ ਹਾਂ ਉਹ ਰੋਟੀ ਖਾਂਦਾ ਹੈ ਅਧਿਆਪਕ ਇੱਕ ਪਾਠ ਪੜਾਉਂਦਾ ਹੈ ਇਹ ਸਾਰੇ ਇਹ ਤਾਂ ਪ੍ਰੈਜ਼ੈਂਟ ਇੰਡੈਫਿਨਿਟ ਦੇ ਹੋਗੇ ਕਿਹੜੇ ਟੈਂਸ ਦੇ ਹੋਗੇ Present indefinite. ਕਿਵੇਂ ਪਤਾ ਲੱਗਾ Da ਦਾ ਹੈ ਯਾਨੀ ਪਿਛਲਾ ਟੈਂਸ ਵੀ ਆਪਾਂ ਯਾਦ ਰੱਖਣਾ ਨਾ ਅੱਗਾ ਦੌੜ ਪਿੱਛਾ ਛੋੜੋ ਤਾਂ ਨਹੀਂ ਕਰਨਾ ਏਸਟ ਮੇਕਸ ਵੇਸਟ ਆਪਾਂ ਕਹਾਂ ਨਾ ਇਸ ਕਰਕੇ ਆਪਾਂ ਨੂੰ ਯਾਦ ਹੈ ਸਾਨੂੰ ਵੈਰੀ ਗੁੱਡ ਤੁਹਾਡੇ ਵਾਸਤੇ ਵੀ ਚੰਗੀ ਗੱਲ ਹੈ ਕਿ ਦਾ ਹੈ ਦੀ ਹੈ ਉਹ ਸਕੂਲ ਜਾਂਦਾ ਹੈ ਅਧਿਆਪਕ ਪਾਠ ਪੜਾਉਂਦਾ ਹੈ ਬੱਚੇ ਬਾਹਰ ਖੇਡਦੇ ਹਨ ਦੇ ਹਨ ਇਹ ਸਾਰੇ ਪ੍ਰੈਜ਼ੈਂਟ ਇੰਡੈਫਿਨਿਟ ਹੈ ਕਿਹੜਾ ਟੈਂਸ ਹੈ ਬੇਟਾ Present indefinite. ਠੀਕ ਹੈ। ਹੁਣ ਆਪਾਂ ਪਾਸਟ ਇੰਡੈਫਿਨਿਟ ਕਰਾਂਗੇ ਵਿੱਚੋਂ ਪਾਸਟ ਵਾਲੇ ਛਾਂਟੋ ਮੈਂ 50 ਸੈਂਟੈਂਸ ਲਿਖਤੇ ਬੇਟਾ ਤੇ ਤੁਹਾਨੂੰ ਕਿਹਾ ਵੀ ਪਾਸਟ ਇੰਡੈਫਿਨਿਟ ਛਾਂਟ ਕੇ ਲਿਆਓ। ਸਾਰਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ ਬਹੁਤ ਆਸਾਨ ਹੈ ਪਹਿਚਾਨ। ਬੁੱਕ ਦੇ ਵਿੱਚ ਕੁਝ ਹੋਰ ਹੀ ਲਿਖਿਆ ਹੈ ਉਹਨਾਂ ਦੇ ਮਗਰ ਆ ਲੱਗਾ ਹੋਇਆ ਯਾ ਲੱਗਾ ਹੋਇਆ ਥੀ ਲੱਗਾ ਮੈਂ ਇੱਕ ਬਿਲਕੁਲ ਸਿੰਪਲ ਫੰਡਾ ਦੱਸ ਰਿਹਾ ਜਿਨ੍ਹਾਂ ਵਾਕਾਂ ਦੇ ਮਗਰ ਹੈ ਨਾ ਲੱਗਾ ਹੋਵੇ ਇਸ ਤੋਂ ਆਸਾਨ। ਅੱਛਾ ਇੱਕ ਗੱਲ ਹੋਰ ਹੈ ਇਹਨੂੰ ਤੁਸੀਂ ਜੋ ਮਰਜ਼ੀ ਕਹੋ ਇਹ ਕਿਸੇ ਬੁੱਕ ਦੇ ਵਿੱਚ ਇਹ ਤਰੀਕਾ ਨਹੀਂ ਲਿਖਿਆ ਕਿਸੇ ਵੀ ਬੁੱਕ 'ਚ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਜਿਨ੍ਹਾਂ ਵਾਕਾਂ ਦੇ ਮਗਰ ਬੋਲੋ ਜਿਨ੍ਹਾਂ ਵਾਕਾਂ ਦੇ ਮਗਰ ਹੈ ਨਾ ਲੱਗਾ ਹੋਵੇ ਉਹ ਵਾਕ ਪਾਸਟ ਇੰਡੈਫਿਨਿਟ ਟੈਂਸ ਦੇ ਹੁੰਦੇ ਹਨ। ਉਹ ਵਾਕ past indefinite ਦੇ ਹੁੰਦੇ ਹਨ। ਹੁਣ ਇਸ ਤੋਂ ਆਸਾਨ ਪਹਿਚਾਨ ਕੀ ਹੋ ਸਕਦੀ ਹੈ। ਇੱਕ ਬੱਚੇ ਨੇ ਇੱਕ ਦਿਨ ਕੁਐਸਚਨ ਕੀਤਾ ਕਿ ਸਰ ਉਹ ਸਕੂਲ ਜਾਏਗਾ ਇਹਦੇ ਮਗਰ ਵੀ ਹੈ ਨਹੀਂ ਲੱਗਾ ਤੇ ਫਿਰ ਆਪਾਂ ਨੂੰ ਇੱਕ ਆਇਡੈਂਟੀਟੀ ਇੱਕ ਹੋਰ ਪਛਾਣ ਜੋੜਨੀ ਪੈਗੀ ਜਿਨ੍ਹਾਂ ਦੇ ਵਿੱਚ ਕੰਮ ਖਤਮ ਹੋ ਗਿਆ ਵੇ ਬੋਲੋ ਜਾਂ ਗੱਲ ਖਤਮ ਹੋ ਗਈ ਹੋਵੇ ਤੇ ਹੈ ਨਾ ਲੱਗਾ। ਹੁਣ ਕਲੀਅਰ ਹੈ ਦੋ ਪਹਿਚਾਨ ਕਲੀਅਰ ਹੈ ਗੱਲ ਖਤਮ ਕੋਈ ਵਾਕ ਪੜੋ ਤੁਹਾਨੂੰ ਪਤਾ ਲੱਗੇ ਵੀ ਇਹਦੇ ਚ ਗੱਲ ਖਤਮ ਹੋ ਗਈ ਤੇ ਇਹਦੇ ਮਗਰ ਹੈ ਵੀ ਨਹੀਂ ਲੱਗਾ ਤੇ ਫਿਰ ਉਹ ਕਿਹੜਾ ਟੈਂਸ ਬਣ ਜਾਏਗਾ Past indefinite. ਠੀਕ ਹੈ। ਤੇ ਜਿਨ੍ਹਾਂ ਵਾਕਾਂ ਦੇ ਮਗਰ ਹੈ ਨਹੀਂ ਲੱਗਾ ਕਿਹੜਾ ਨਹੀਂ ਲੱਗਾ ਹੈ ਨਹੀਂ ਲੱਗਾ ਤੇ ਕੰਮ ਖਤਮ ਹੋ ਗਿਆ खत्म हो गया। ਖਤਮ ਹੋ ਗਿਆ। ਕਲੀਅਰ ਹੈ। ਹੁਣ ਆਪਾਂ
रूल है जिन्हां दी इंग्लिश तुहानूं पता लगा कि सारी आ पास्ट इंडेफिनिट दा है जी मैं लब लैंदे मगर है नहीं लगा सी ते गल भी खत्म हो गई सी हुण इहनूं इंग्लिश किवें बनाई असली काम तां अपना इंग्लिश बनाना हुंदा पेपर च भी इंग्लिश है सब तो सिंपल फंड है बेटा पास्ट इंडेफिनिट दा हुण मैं क्लियर दसन लगा कोई बच्चा गलती ना करे उहदे च सिर्फ सेकंड फॉर्म लगदी वर्ब दी सारे बच्चे बोलो वर्ब दी सेकंड फॉर्म तो सब्जेक्ट तो लगना ही लगना है हुण मैं जान के ज्यादा लंबे चौड़े रूल नहीं लिख रहा सब्जेक्ट तो लगना ही लगना है जिद्दी गल कर रहे हैं प्लस वर्ब दी सेकंड फॉर्म प्लस वर्ब दी सेकंड फॉर्म ये हो रहा है उस तो बाद ऑब्जेक्ट लगेगा एडवर्ब लगेगा वो बात दी गल ਆਪਾਂ सिर्फ एक ही चीज रखनी है सब्जेक्ट यानी कि वो बंदा जिद्दी गल कर रहे हैं ते उस तो बाद किहड़ी फॉर्म लगेगी बेटा जी एग्जांपल करते हैं आप फर्स्ट ਉਹ ਸਕੂਲ ਗਿਆ ਸਾਰੇ ਬੋਲੋ ਉਹ ਸਕੂਲ ਗਿਆ ਫਿਰ ਬੋਲੋ ਉਹ ਸਕੂਲ ਗਿਆ ਤੁਸੀਂ ਸੈਂਟੈਂਸ ਦੇਖ ਕੇ ਲਿਆਏ ਤੁਸੀਂ ਸਰ ਆ ਸਕੂਲ ਲਿਖਿਆ ਹੈ ਜੀ ਉਹ ਸਕੂਲ ਗਿਆ ਤੁਸੀਂ ਕਹਿੰਦੇ ਸਰ ਸਾਨੂੰ ਪਤਾ ਲੱਗੇ ਵੀ ਕਿਹੜਾ ਟੈਂਸ ਹੈ ਪਾਸਟ ਇੰਡੈਫਿਨਿਟ ਕਿਵੇਂ ਪਤਾ ਲੱਗਾ मैंने मगर है लगा है बेटा नो सर फिर किहड़े टेंस दा होया पास्ट अभी भी कुछ बच्चों का फेस इतना ब्लैंक बिल्कुल बेटा थोड़ी बॉडी लैंग्वेज भी समझने वाली होनी चाहिए ऐ बिल्कुल गुआचे बने हुए हैं भी पता ही कख नहीं सिंपल बोल रहे हैं तो थोड़े इन्ने यंग बच्चे इतनी एनर्जी होनी चाहिए कई बच्चे बहुत अच्छा समझ रहे हैं तो बिल्कुल प्लेन है भाषा भी मेरी सिंपल है बेटा ये मगर है लगा है नो सर फिर किहड़ा टेंस होया पास्ट इंडेफिनिट एक चीज हो रहा है ये तो गल भी खत्म हो गई गल भी खत्म हो गई किवें वो स्कूल गया चले गया काम खत्म है नहीं लगा दोनों निशानियां किहड़े टेंस दी होईयां फिर पास्ट इंडेफिनिट बहुत आसान तुसीं पहचानना है हुण इंग्लिश बना लो सब तो पहले सब्जेक्ट कौन है जिंदी गल कर रहे हैं मुंडा है कि कुड़ी है वो गया गया मुंडा होएगा कि कुड़ी होएगा मुंडा ही सब तो पहला ए नहीं ही स्कूल नहीं लिखना वर्ब दी सेकंड फॉर्म वर्ब हुंदा खींच ते वो स्कूल गया गो जाना की हुंदा है गो आपा केड़ी फॉर्म लानी है सेकंड इस तो आसान की हो सकता है गो दी सेकंड फॉर्म केड़ी हुंदी है वेंट फॉर्म्स आपा कितनी हुई हैं बार-बार तुसी करया करो गो वेंट गोन बोलो मेरे नाल गो एंड गॉन फिर बोलो गो एंड गॉन सेकंड फॉर्म केड़ी हुई फिर वेंट तो और कुछ नहीं लाना इवेंट बोलो ही वेंट ये preposition to स्कूल ये ऑब्जेक्ट है ये मैं ज्यादा इनके बारे में नहीं बोलता ताकि तुम कंफ्यूज ना हो अपना काम मेन है सब्जेक्ट बोलो सब्जेक्ट verb the second form वर्ब दी सेकंड फॉर्म and object and ऑब्जेक्ट he went to school की मैं ਇਹਦੇ ਅੰਦਰ was verb ਲਾਇਆ नो सर ਕੀ ਮੈਂ ਇਹਦੇ ਅੰਦਰ is a mark ਲਾਇਆ नो सर ing ਲਾਇਆ नो सर ਫਿਰ ਤੁਸੀਂ ਕਿਉਂ ਲਾਉਂਦੇ ਹੋ ਬਹੁਤ ਸਾਰੇ ਲਾਉਂਦੇ ਹੋ ਪਤਾ ਨਹੀਂ ਕਿਦੋਂ ਕਿਹੜੀ ਘੜੀ 'ਚ ਤੁਹਾਡੇ ਦਿਮਾਗ 'ਚ was verb ਤੇ is a mark ਤੇ ing ਫਿੱਟ ਹੋ ਗਿਆ ਉਹਦਾ ਖੜਾ ਨਹੀਂ ਛੱਡ ਰਹੇ ਤੁਸੀਂ ਉਹ ਚੀਜ਼ਾਂ ਆਪਾਂ ਨੂੰ ਛੱਡਣੀਆਂ ਪੈਣਗੀਆਂ ਬਿਲਕੁਲ ਅੱਛਾ ਇੱਕ ਗੱਲ ਹੋਰ ਹੈ ਜੇ ਤੁਸੀਂ ਇਹ ਟੈਂਸ ਪ੍ਰੋਪਰਲੀ ਕਰ ਲੈਂਦੇ ਹੋ ਯਕੀਨ ਕਰੋ ਤੁਹਾਡੀ ਪੇਪਰ ਦੀਆਂ 50 ਤੋਂ ਲੈ ਕੇ 60% ਗਲਤੀਆਂ ਘੱਟ ਹੋ ਜਾਣਗੀਆਂ ਕਿਉਂਕਿ ਤੁਸੀਂ ਐਸੇ ਲਿਖਦੇ ਹੋ ਕੋਈ ਰੇਲਵੇ ਜਰਨੀ ਆਈ went to Delhi by train I reached the station I bought a ticket I reached at platform the train arrived I boarded in train I got a window seat the train started सारा कुछ पास्ट इंडेफिनिट है सिर्फ दूजी फॉर्म लाई है और कोई चीज नहीं लाई सारा कुछ सेट है ਤੁਹਾਡਾ गलती हुई नहीं इस करके इस टेंस ਨੂੰ समझ लो सेकंड फॉर्म लानी है वाज वर्ब नहीं लाना क्लियर हो गया सारे ਨੂੰ क्लियर हो गया एक एग्जांपल और करांगे फिर तुम ज्यादा क्लियर हो जाएगा डस्ट कितने क्लियर है ना झूठ बोलिया बेटा केड़ा टेंस होया है पास्ट इंडेफिनिट किवें पता लगा ਤੁਹਾਨੂੰ ਇਹਦੇ ਐਂਡ ਮਗਰ ਹੈ ਲੱਗਿਆ नो सर ਗਲਤੀ ਨਾ ਕਰਨਾ ਹੁਣ ਚੰਗੀ ਨਾਲ ਸਮਝ ਜਾਓ ਤੁਹਾਡਾ ਵੀ ਕੋਈ ਡਿਊਟੀ ਬੰਦੀ ਤੁਸੀਂ ਵੀ ਉਹਨੂੰ ਥੋੜਾ ਰਿਵਾਈਜ਼ ਕਰਿਆ ਕਰੋ ਇਹਦੇ ਮਗਰ ਹੈ ਲੱਗਾ ਹੈ नो सर ਇਹਦੇ ਚ ਗੱਲ ਖਤਮ ਹੋ ਚੁੱਕੀ ਹੈ यस ਹੋ सर ਚੁੱਕੀ ਇਹ ਵੀ ਉਸ ਤੋਂ ਬਾਅਦ ਵੀ ਹੈ ਨਹੀਂ ਬੋਲਣਾ ਗੱਲ ਖਤਮ ਹੋ ਗਈ ਹੈ यस ਨਹੀਂ ਗੱਲ ਖਤਮ ਹੋ ਗਈ ਗੱਲ ਖਤਮ ਹੋ ਗਈ ਕਿਉਂਕਿ ਹੈ ਲੱਗਦੇ ਹੀ ਟੈਂਸ ਬਦਲ ਜਾਂਦਾ ਹੈ ਤੁਹਾਨੂੰ ਹੋਰ ਦੱਸਾਂਗਾ ਜੇ ਹੈ ਲਾ ਲਈਏ ਉਸਨੇ ਝੂਠ ਬੋਲਿਆ ਹੈ ਲਾ ਦਿਆਂ ਮੈਂ ਯਕੀਨ ਕਰੋ ਪਾਸਟ ਇੰਡੈਫਿਨਿਟ ਤੋਂ ਸਿੱਧਾ ਹੀ ਪ੍ਰੈਜ਼ੈਂਟ ਪਰਫੈਕਟ ਬਣ ਜਾਏਗਾ ਸਿੱਧਾ ਹੀ प्रेजेंट परफेक्ट ਇਹ ਬੱਚੇ ਜਿਹੜੇ ਹੁਸ਼ਿਆਰ ਹੈ ਤੁਸੀਂ ਸਾਰੇ ਹੁਸ਼ਿਆਰ ਹੋ ਨਿੱਕੀ ਨਿੱਕਾ ਜਿਹਾ ਫਰਕ ਹੁੰਦਾ ਹੈ ਇਹ ਨਹੀਂ ਕਿ ਆਪਾਂ ਅੱਧਾ ਕੁ ਅੱਧਾ ਸਿੱਖ ਲਈਏ ਉਹ ਫਿਰ ਤੁਸੀਂ ਹਾਸੇ ਦੇ ਪਾਤਰ ਬਣ ਜਾਓਗੇ ਯੂ ਨੀਡ ਟੂ ਬੀ ਪਰਫੈਕਟ ਜੇ ਸੈਂਟੈਂਸ ਦੇ ਮਗਰ ਹੈ ਲਾ ਦੇ ਬੇਟਾ ਤੇ ਪਾਸਟ ਇੰਡੈਫਿਨਿਟ ਨਹੀਂ ਰਹਿ ਜਾਣਾ ਉਸਨੇ ਝੂਠ ਬੋਲਿਆ ਹੈ ਉਸਕੋ ਸਰ ਹੈ ਹੀ ਤਾਂ ਲਾਇਆ नो 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 वो प्रेजेंट परफेक्ट बन जाना है ही हैज टोल्ड ए लाई बोलो की बन जाना है ही हैज टोल्ड ए लाई लेकिन हुणे प्रेजेंट इंडेफिनिट भी नहीं है प्रेजेंट परफेक्ट भी नहीं है केड़ा है फिर पास्ट इंडेफिनिट किवें पता लगा
ਅਗਰ ਹੈ ਨਹੀਂ ਲੱਗਾ ਤੇ ਗੱਲ ਵੀ ਖਤਮ ਹੋ ਗਈ। याद रखना, ठीक है। ਤੇ ਤੁਸੀਂ ਪਛਾਣ ਲਿਆ ਸਰ ਜੀ, ਇਹਦਾ ਪਾਸਟ ਇੰਡੈਫਿਨਿਟ ਹੈ। ਮੈਂ ਕਹੂੰਗਾ ਨਹੀਂ ਟ੍ਰਾਂਸਲੇਸ਼ਨ ਕਰੋ, ਟ੍ਰਾਂਸਲੇਸ਼ਨ ਕਰਨਾ ਬਹੁਤ ਆਸਾਨ, ਉਸका ਸਿਰਫ ਸੈਕਿੰਡ ਫਾਰਮ ਹੀ ਲਾਓਗੇ ਨਾ, ਵਾਸਵਰ ਤਾਂ ਨਹੀਂ ਲਾਣੀ। ਸੌ ਖਾ ਲਾਂਗੇ ਆਪਾਂ ਵੀ ਅਸੀਂ ਪਾਸਟ ਇੰਡੈਫਿਨਿਟ ਵਾਸਵਰ। ਚਲੋ ਉਸਨੇ ਕੌਣ ਹੈ, ਮੁੰਡਾ ਕਿ ਕੁੜੀ ਹੈ? ਬੋਲੋ ਉਹ ਕੁੜੀ ਵੀ ਤਾਂ ਹੋ ਸਕਦੀ। ਮੈਂ ਕਹਿੰਦਾ ਉਹਨੇ ਝੂਠ ਬੋਲਿਆ, ਮੈਨੂੰ ਕੀ ਪਤਾ ਮੈਂ ਗੁਰਪ੍ਰੀਤ ਸਿੰਘ ਦੀ ਗੱਲ ਕਰਦਾ ਪਿਆ ਕਿ ਗੁਰਪ੍ਰੀਤ ਕੌਰ ਦੀ ਗੱਲ ਕਰਦਾ ਪਿਆ, ਨਹੀਂ ਨਾ। ਉਸਨੇ ਝੂਠ ਬੋਲਿਆ, ਕੀ ਇਸ ਤੋਂ ਮੁੰਡੇ ਜਾਂ ਕੁੜੀ ਦਾ ਅੰਦਾਜ਼ਾ ਪਤਾ ਲੱਗ ਰਿਹਾ? ਉਹ ਮੈਂ ਤੁਹਾਨੂੰ ਆਗੇ ਕਹਿ ਰਿਹਾ ਯਾਰ ਉਹਨੇ ਝੂਠ ਬੋਲਿਆ, ਤੁਹਾਨੂੰ ਕੀ ਪਤਾ ਕਿ ਕਿੰਦੀ ਗੱਲ ਕਰ ਰਿਹਾ? ਬੋਲੋ ਫਿਰ, ਹੀ ਲੱਗੇਗਾ ਕਿ ਸ਼ੀ ਲੱਗੇਗਾ? ਕੋਈ ਜਵਾਬ ਤਾਂ ਦਿਓ। ਹੀ ਵੀ ਲੱਗ ਸਕਦਾ ਹੈ, ਸ਼ੀ ਵੀ ਲੱਗ ਸਕਦਾ ਹੈ। ਬੋਲੋ ਹੀ। ਹੁਣ ਆਪਾਂ ਦੇਖੋ ਇਹ ਤਰੀਕਾ ਹੈ, ਉਸਨੇ ਸਬਜੈਕਟ ਲਾਉਣ ਤੋਂ ਬਾਅਦ ਸਿੱਧਾ ਹੀ ਵਰਬ ਕੋਲ ਭੱਜ ਜਾਣਾ। ਕਿਹਦੇ ਕੋਲ ਭੱਜ ਜਾਣਾ ਹੈ? ਵਰਬ ਦੀ ਸੈਕਿੰਡ ਫਾਰਮ ਬੋਲਣਾ, ਟੈਲ ਦੀ ਦੂਜੀ ਫਾਰਮ ਟੋਲਡ। ਤੇ ਨਾਲ ਮੇਰੀ ਫਾਰਮ ਬੋਲੋਗੇ ਸਾਰੇ ਬੱਚੇ, ਟੈਲ, ਟੋਲਡ,